ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਗੁਆਰੇਰੀ ਮਹਲਾ ਪਹਿਲਾ। ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕਸ ਸਚ ਸ਼ਬਦ ਨਿਸ਼ਾਨੈ। ਰਾਜ ਦੁਆਰੈ ਸੋਭ ਸੋ ਮਾਨੈ, ਚਤੁਰਾਈ ਨਹਿ ਚੀਨਿਆ ਜਾਇ। ਬਿਨ ਮਾਰੇ ਕਿਉ ਕੀਮਤ ਪਾਏ ਰਹਾਉ। ਘਰ ਮਹਿ ਅੰਮ੍ਰਿਤ ਤਸ ਕਰ ਲਈ, ਨੰਨਾ ਕਾਰ ਨਾ ਕੋਇ ਕਰੇ। ਰਾਖੈ ਆਪ ਵਡਿਆਈ ਦੇਈ, ਨੀਲ ਅਨੀਲ ਅਗਨ ਇਕ ਠਾਈ। ਜਲ ਨਿਵਰੀ ਗੁਰ ਬੂਝ ਬੁਝਾਈ, ਮਨ ਦੇ ਲੀਆ ਰਹਿਸ ਗੁਣ ਗਾਈ। ਜੈਸਾ ਘਰ ਬਾਹਰ ਸੋ ਤੈਸਾ, ਬੈਸ ਗੁਫਾ ਮਹਿ ਆਖੋ ਕੈਸਾ। ਸਾਗਰ ਡੂੰਗਰ ਨਿਰਭਉ ਐਸਾ, ਗੌੜੀ ਗੁਆਰੇਰੀ ਮਹਲਾ ਪਹਿਲਾ। ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕਸ ਸਚ ਸ਼ਬਦ ਨਿਸ਼ਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਓ ਪਾਵਨ ਗੁਰੂ ਨਾਨਕ ਸਰੂਪ ਧਾਰਨਾ ਕੀਤਾ ਹੈ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਸਤਿਗੁਰੂ ਨੇ ਪਾਵਨ ਅੰਮ੍ਰਿਤ ਰੂਪ ਬਾਣੀ ਵੀ ਉਚਾਰਨ ਕੀਤੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਬਾਣੀ ਉਚਾਰਨ ਕਰਦੇ ਤਾਂ ਭਾਈ ਸਾਹਿਬ ਭਾਈ ਬਾਲਾ ਜੀ ਨਾਲ ਹੀ ਲਿਖ ਲੈਂਦੇ ਸਨ ਅਤੇ ਉਸ ਬਾਣੀ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਆਪਣੇ ਨਾਲ ਹੀ ਰੱਖਦੇ ਸਨ। ਜਿੱਥੇ ਵੀ ਸੰਸਾਰ ਦੇ ਵਿੱਚ ਵਿਚਰਦੇ ਔਰ ਉੱਥੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਜਿਹੜੇ ਵੀ ਸਤਿਗੁਰੂ ਦੇ ਪੈਰੋਕਾਰ ਬਣ ਜਾਂਦੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਅੰਮ੍ਰਿਤ ਬਾਣੀ ਦੀ ਦਾਤ ਬਖਸ਼ਿਸ਼ ਕਰਦੇ ਤੇ ਨਾਲ ਹੀ ਸਾਰਿਆਂ ਨੂੰ ਇਹੀ ਗੱਲ ਆਖਦੇ, ਗੁਰਮੁਖੋ ਬਾਣੀ ਸਾਡਾ ਰੂਪ ਹੈ, ਤੁਸੀਂ ਇਸ ਬਾਣੀ ਦੇ ਨਾਲ ਜੁੜਨਾ ਹੈ। ਤੁਸੀਂ ਜਦੋਂ ਵੀ ਸਾਨੂੰ ਯਾਦ ਕਰੋਗੇ ਅਸੀਂ ਤੁਹਾਡੇ ਹਾਜ਼ਰ ਨਾਜ਼ਰ ਹੋਵਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਆਸਾ ਹੱਥ ਕਿਤਾਬ ਕਸ਼। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਦੀ ਜ਼ਿਆਰਤ ਲਈ ਗਏ, ਉਸ ਵੇਲੇ ਸਤਿਗੁਰੂ ਦੇ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਇੱਕ ਹੱਥ ਵਿੱਚ ਸੋਟਾ ਸੀ
ਤੇ ਦੂਸਰਾ ਬਗਲ ਦੇ ਵਿੱਚ ਇੱਕ ਕਿਤਾਬ ਸੀ, ਆਸਾ ਹੱਥ ਕਿਤਾਬ ਕਸ਼। ਉਹ ਜਿਹੜੀ ਕਿਤਾਬ ਸੀ ਔਰ ਉਹਦੇ ਬਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ, ਉਹ ਕਿਤਾਬ ਉਹ ਪੋਥੀ ਬਾਣੀ ਦੀ ਹੀ ਸੀ, ਜਿਸ ਨੂੰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਆਪਣੇ ਨਾਲ ਰੱਖਦੇ ਤੇ ਨਾਲ ਇਹ ਗੱਲ ਆਖਦੇ, ਇਹ ਬਾਣੀ ਮੇਰੀ ਨਹੀਂ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਪੈਗਾਮ ਹੈ। ਫਿਰ ਉਹੀ ਪੋਥੀ ਜਦੋਂ ਭਾਈ ਲਹਿਣੇ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤੇ ਉਹ ਨਾਲ ਹੀ ਬਾਣੀ ਦੀ ਪੋਥੀ ਉਹ ਵੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸੌਂਪ ਦਿੱਤੀ। ਔਰ ਉਹਨਾਂ ਦੀ ਇਹ ਖਾਸ ਡਿਊਟੀ ਸੀ ਬਈ ਤੁਸਾਂ ਇਸ ਬਾਣੀ ਦਾ ਹੀ ਪ੍ਰਚਾਰ ਕਰਨਾ ਹੈ। ਕਹਿਣ ਤੋਂ ਭਾਵ ਇਹ, ਸਿੱਖ ਧਰਮ ਦੇ ਅੰਦਰ ਸ਼ਬਦ ਨੂੰ, ਬਾਣੀ ਨੂੰ ਸਤਿਗੁਰੂ ਦਾ ਰੁਤਬਾ ਬਖਸ਼ਿਸ਼ ਕੀਤਾ ਗਿਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸ਼ਬਦ ਗੁਰੂ ਸੋਰੋ ਤੁਨ ਚੇਲਾ ਕਹਿ ਕੇ ਸ਼ਬਦ ਗੁਰੂ ਦੀ ਬੁਨਿਆਦ ਰੱਖੀ। ਬਾਕੀ ਸਤਿਗੁਰੂ ਸਾਹਿਬਾਨ ਨੇ ਉਸੇ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਹੂਬ ਹੂ ਉਹੀ ਬਾਣੀ ਹੁਣ ਇਸ ਵੇਲੇ ਸਾਡੇ ਅੰਦਰ ਮੌਜੂਦ ਹੈ, ਜਿਸ ਨੂੰ ਹਰ ਗੁਰਸਿੱਖ ਮਾਈ ਭਾਈ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਗੁਰਮਤਿ ਦੀ ਸੇਧ ਪ੍ਰਾਪਤ ਕਰ ਰਿਹਾ ਹੈ। ਸੋ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਕੁਝ ਲੋਕਾਂ ਨੇ ਬੇਨਤੀ ਕੀਤੀ, ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ ਕਿ ਮਨੁੱਖ ਆਪਣੀ ਚਤੁਰਾਈ ਨਾਲ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹੈ? ਕਿਉਂ? ਬਹੁਤ ਸਾਰੇ ਲੋਕਾਂ ਦੇ ਕੋਲ ਵਿਦਿਆ ਹੁੰਦੀ ਹੈ, ਦਲੀਲ ਹੁੰਦੀ ਹੈ, ਗੱਲ ਬੜੀ ਚਤੁਰਾਈ ਨਾਲ ਕਰਦੇ ਹਨ। ਕਈ ਵਾਰੀ ਉਹ ਦੂਸਰਿਆਂ ਨੂੰ ਪ੍ਰਭਾਵਿਤ ਵੀ ਕਰਦੇ ਹਨ ਕਿ ਚਤੁਰਾਈ ਕਰਨ ਦੇ ਨਾਲ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਨਹੀਂ, ਹਰਗਿਜ਼ ਨਹੀਂ। ਤੇ ਫਿਰ ਮਹਾਰਾਜ ਸਾਨੂੰ ਇਹ ਦੱਸੋ ਉਸ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਸਤਿਗੁਰੂ ਨੇ ਇਹਨਾਂ ਦੋਨਾਂ ਗੱਲਾਂ ਦਾ ਜਵਾਬ ਰਹਾਉ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕੀਤਾ ਹੈ। ਚਤੁਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ। ਰਹਾਉ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਚਤੁਰਾਈ ਦੇ ਨਾਲ ਉਸ ਵਾਹਿਗੁਰੂ ਨੂੰ ਚੀਨਿਆ ਨਹੀਂ ਜਾ ਸਕਦਾ। ਚੀਨਿਆ ਦਾ ਅਰਥ ਹੈ ਉਸ ਦੀ ਡੂੰਘੀ ਜਾਣ ਪਛਾਣ, ਵਾਕਫੀਅਤ ਹਾਸਲ ਕਰਨੀ। ਹਜ਼ੂਰ ਕਹਿੰਦੇ ਚਤੁਰਾਈ ਦੇ ਨਾਲ ਕੁਝ ਨਹੀਂ ਮਿਲ ਸਕਦਾ। ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਚਤੁਰਾਈ ਨਾ ਚਤੁਰਭੁਜ ਪਾਈਐ। ਚਤੁਰਾਈ ਦੇ ਨਾਲ ਤੇ ਚਤੁਰਭੁਜ ਵਾਹਿਗੁਰੂ ਦੀ ਕਦੇ ਵੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਲਈ ਜਿਹੜੀ ਸੰਸਾਰਕ ਚਤੁਰਾਈ ਹੈ ਉਹ ਕਿਸੇ ਵੀ ਕੰਮ ਨਹੀਂ ਹੈ, ਬਲਕਿ ਇਹਨੂੰ ਛੱਡ ਕੇ ਤੇ ਵਾਹਿਗੁਰੂ ਦੀ ਭਗਤੀ ਕਰਕੇ ਫਿਰ ਪਰਮੇਸ਼ਰ ਮਿਲਦਾ ਹੈ। ਹਜ਼ੂਰ ਕਹਿੰਦੇ ਨੇ ਚਤੁਰਾਈ ਦੇ ਨਾਲ ਤੇ ਉਸ ਪਰਮਾਤਮਾ ਨੂੰ ਨਹੀਂ ਚੀਨਿਆ ਜਾ ਸਕਦਾ, ਨਹੀਂ ਉਸ ਨੂੰ ਪਛਾਣਿਆ ਜਾ ਸਕਦਾ। ਬਿਨ ਮਾਰੇ ਕਿਉਂ ਕੀਮਤ ਪਾਏ। ਹਾਂ, ਮਨ ਮਾਰ ਕੇ ਹੀ ਕੋਈ ਪਰਮੇਸ਼ਰ ਨੂੰ ਮਿਲ ਸਕਦਾ ਹੈ। ਹਜ਼ੂਰ ਕਹਿੰਦੇ ਬਿਨਾਂ ਮਨ ਮਾਰੇ ਤੋਂ ਕਿਉਂ ਕੀਮਤ ਪਾਏ। ਕੋਈ ਉਸ ਵਾਹਿਗੁਰੂ ਦੀ ਕੀਮਤ ਕਿਵੇਂ ਪਾ ਸਕਦਾ? ਨਹੀਂ ਪਾ ਸਕਦਾ। ਭਾਵ ਮਰੇ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਕਿਉਂਕਿ ਇੱਕ ਗੁਰੂ ਦੀ ਸ਼ਰਤ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਸਤਿਗੁਰੂ ਕਹਿੰਦੇ ਨੇ, ਜੇ ਤੈਨੂੰ ਮਰਨਾ ਕਬੂਲ ਹੈ, ਮਰਨਾ ਪ੍ਰਵਾਨ ਹੈ, ਜੇ ਤੂੰ ਗੁਰੂ ਦੇ ਲਈ ਆਪਣਾ ਜੀਵਨ ਨਿਸ਼ਾਵਰ ਕਰ ਸਕਦਾ ਹੈ, ਤੇ ਫਿਰ ਤੂੰ ਰੱਬ ਨੂੰ ਮਿਲ ਸਕਦਾ ਹੈ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਸ ਬਚਨਾਂ ਦਾ ਭਾਵ ਅਰਥ ਵੀ ਇਹੀ ਹੈ, ਸਿਰ ਤਲੀ ਤੇ ਰੱਖਣਾ ਪੈਂਦਾ ਜੇ ਕਿਸੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਜਾਣਾ ਹੋਵੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਕੱਲੀ ਚਤਰਾਈ ਨਾਲ, ਬੁੱਧੀ ਦੀ ਸਿਆਣਪ ਦੇ ਨਾਲ ਉਸ ਵਾਹਿਗੁਰੂ ਨੂੰ ਨਹੀਂ ਚੀਨਿਆ ਜਾ ਸਕਦਾ। ਮਨ ਮਾਰ ਕੇ ਹੀ ਕੋਈ ਰੱਬ ਨੂੰ ਮਿਲ ਸਕਦਾ ਹੈ। ਬਿਨਾਂ ਮਨ ਮਾਰੇ ਤੋਂ ਕਿਉਂ ਕੀਮਤ ਪਾਏ ਕੋਈ ਵਾਹਿਗੁਰੂ ਦੀ ਕੀਮਤ ਕਿਵੇਂ ਪਾ ਸਕਦਾ ਹੈ? ਭਾਵ ਨਹੀਂ ਪਾ ਸਕਦਾ। ਮਰੇ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਸਰੀਰਕ ਤੌਰ ਤੇ ਮਰਨਾ ਹੋਰ ਗੱਲ ਹੈ, ਪਰ ਸਤਿਗੁਰੂ ਕਹਿੰਦੇ ਨੇ ਆਪਣੇ ਮਨ ਨੂੰ ਮਾਰਨਾ ਪੈਂਦਾ। ਮਨ ਨੂੰ ਮਾਰਨ ਦੀ ਕੀ ਅਵਸਥਾ ਹੈ? ਵੇਦਾਂਤੀ ਲੋਕਾਂ ਨੇ ਮਨ ਦਾ ਸਰੂਪ ਲਿਖਿਆ ਹੈ, ਸੰਕਲਪੋ ਵਿਕਲਪੋ ਹੀ ਮਨਾ। ਇਹ ਮਨ ਸੰਕਲਪ ਵਿਕਲਪ ਰੂਪ ਹੈ। ਜਦੋਂ ਸਾਡੇ ਮਨ ਦੇ ਵਿੱਚ ਸੰਕਲਪ ਵਿਕਲਪ ਉੱਠਦੇ ਨੇ ਤੇ ਸਮਝ ਲਓ ਮਨ ਜੀਵਤ ਹੈ, ਤੇ ਜਦੋਂ ਮਨ ਦੇ ਸੰਕਲਪ ਵਿਕਲਪ ਸ਼ਾਂਤ ਹੋ ਜਾਂਦੇ ਨੇ ਉਸ ਵੇਲੇ ਮਨ ਮਰ ਜਾਂਦਾ ਹੈ। ਇਸ ਲਈ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਸ਼ਾਂਤ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ। ਤੁਸੀਂ ਆਪਣੇ ਮਨ ਦੇ ਅੰਦਰ ਕਦੇ ਝਾਤ ਮਾਰ ਕੇ ਦੇਖੋ ਵੀ ਸਾਡੇ ਮਨ ਦੇ ਅੰਦਰ ਕੋਈ ਨਾ ਕੋਈ ਵਿਚਾਰ, ਕੋਈ ਨਾ ਕੋਈ ਫੁਰਨਾ, ਕੋਈ ਨਾ ਕੋਈ ਸੰਕਲਪ, ਕੋਈ ਨਾ ਕੋਈ ਵਿਕਲਪ ਉੱਠਦਾ ਹੀ ਰਹਿੰਦਾ ਹੈ। ਅੱਜ ਜਿਵੇਂ ਆਕਾਸ਼ ਦੇ ਵਿੱਚ ਬੱਦਲ ਮੰਡਰਾਉਂਦੇ ਨੇ, ਇਉਂ ਸਾਡੇ ਮਨ ਦੇ ਆਕਾਸ਼ ਦੇ ਵਿੱਚ ਕੋਈ ਨਾ ਕੋਈ ਫੁਰਨਾ, ਕੋਈ ਨਾ ਕੋਈ ਸੰਸਕਾਰ, ਕੋਈ ਨਾ ਕੋਈ ਖਿਆਲ ਉਤਪੰਨ ਹੁੰਦਾ ਹੀ ਰਹਿੰਦਾ। ਔਰ ਇਹਨਾਂ ਨੂੰ ਸ਼ਾਂਤ ਕਰਨਾ। ਜਦੋਂ ਸਾਡਾ ਹਿਰਦਾ ਆਕਾਸ਼ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਫਿਰ ਉਸ ਨਮੋ ਸੂਰਜ ਸੂਰਜੇ, ਉਸ ਸੂਰਜ ਰੂਪ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਸਕਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਚਤਰਾਈ ਨਾਲ ਤੇ ਪਰਮੇਸ਼ਰ ਨਹੀਂ ਚੀਨਿਆ ਜਾ ਸਕਦਾ। ਹਾਂ, ਮਨ ਮਾਰ ਕੇ ਕੋਈ ਉਸ ਦੀ ਕੀਮਤ ਪਾ ਸਕਦਾ ਹੈ, ਬਿਨਾਂ ਮਾਰੇ ਤੋਂ ਉਸ ਦੀ ਕੀਮਤ ਕਿਵੇਂ ਹੋ ਸਕਦੀ? ਨਹੀਂ ਹੋ ਸਕਦੀ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਸੋਹਣੇ ਅਲੰਕਾਰ ਦੇ ਵਿੱਚ ਇਸ ਮਨ ਨੂੰ ਕਾਬੂ ਕਰਨ ਦੀ ਜਾਚ ਸਿਖਾਉਣ ਲੱਗੇ ਨੇ। ਸਭ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਮਨ ਕੁੰਚਰ ਕਾਇਆ ਉਦਿਆਨੈ। ਗੌੜੀ ਰਾਗ ਦੀ ਗੁਆਰੇਰੀ ਜਾਤੀ ਵਿੱਚ ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਦਿੰਦੇ ਹਨ, ਗੁਰਮੁਖੋ ਮਨ ਕੁੰਚਰ। ਕੁੰਚਰ ਕਹਿੰਦੇ ਨੇ ਹਾਥੀ ਨੂੰ। ਇਹ ਮਨ ਹਾਥੀ ਹੈ। ਮਨ ਨੂੰ ਹਾਥੀ ਕਿਉਂ ਲਿਖਿਆ ਹੈ? ਇਹ ਮਨ ਹਉਮੈ ਦੀ ਨਿਹਾਰੀ ਖਾ ਕੇ ਹਾਥੀ ਵਾਂਗੂ ਬੜਾ ਮੋਟਾ ਡਾਢਾ ਹੋਇਆ ਹੋਇਆ। ਇਹ ਮਨ ਹਾਥੀ ਹੈ, ਕਾਇਆ ਉਦਿਆਨੈ। ਜਿਵੇਂ ਕੋਈ ਹਾਥੀ ਜੰਗਲ ਦੇ ਵਿੱਚ ਵਿਚਰਦਾ ਹੋਵੇ। ਕਾਇਆ ਉਦਿਆਨੈ, ਇਹ ਕਾਇਆ ਦਾ ਅਰਥ ਹੈ ਸਰੀਰ। ਇਹ ਸਰੀਰ ਸਾਡਾ ਜੰਗਲ ਵਾਂਗ ਹੈ। ਉਦਿਆਨਾ ਕਹਿੰਦੇ ਨੇ ਜੰਗਲ ਨੂੰ। ਇਹ ਮਨ ਹਾਥੀ ਹੈ ਤੇ ਸਰੀਰ ਰੂਪੀ ਉਦਿਆਨਾ ਜੰਗਲ ਦੇ ਵਿੱਚ ਵਿਚਰ ਰਿਹਾ ਹੈ। ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ। ਇਹ ਮਨ ਜੰਗਲੀ ਹਾਥੀ ਵਾਂਗ ਹੈ, ਇਹਨੂੰ ਅਸੀਂ ਵਸ ਕਰਨਾ ਹੈ। ਇਹ ਵਸ ਕਿਵੇਂ ਹੁੰਦਾ ਹੈ? ਹਜ਼ੂਰ ਕਹਿੰਦੇ ਨੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ
ਹਾਥੀਆਂ ਨੂੰ ਵਸ ਕਰਦੇ ਸਨ, ਉਹ ਇਉਂ ਕਰਦੇ ਸਨ। ਜੰਗਲ ਦੇ ਵਿੱਚ ਜਾ ਕੇ ਇੱਕ ਡੂੰਘਾ ਟੋਆ ਪੁੱਟ ਲੈਂਦੇ, ਉਹਦੇ ਉੱਤੇ ਕੱਖ ਕਾਨੇ ਜੇ ਰੱਖ ਕੇ ਇੱਕ ਬਿਲਕੁਲ ਹਲਕੀ ਜਿਹੀ ਛੱਤ ਪਾ ਦਿੰਦੇ। ਉਹਦੇ ਉੱਤੇ ਇੱਕ ਕਾਗਜ਼ਾਂ ਦੀ ਬਣੀ ਹਥਨੀ ਦਾ ਕਲਬੂਤ ਖੜਾ ਕਰ ਦਿੰਦੇ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਤੇ ਉਹ ਹਾਥੀ ਕਾਮ ਦੇ ਵਿੱਚ ਮਸਤ ਹੋਇਆ ਉਸ ਨਕਲੀ ਹਾਥੀ ਦੇ ਕੋਲੇ ਆਉਣ ਦਾ ਯਤਨ ਕਰਦਾ, ਤੇ ਔਰ ਉੱਥੇ ਆਉਣ ਸਾਰ ਹੀ ਉਹ ਟੋਏ ਵਿੱਚ ਡਿੱਗ ਪੈਂਦਾ। ਤੇ ਜਦੋਂ ਟੋਏ ਵਿੱਚ ਡਿੱਗ ਪੈਂਦਾ ਸੀ ਤਾਂ ਉਸ ਨੂੰ ਮੁਹਾਵਤ ਜਾਂ ਜਿਹੜੇ ਉਸ ਦੇ ਵਾਰਸ ਹੁੰਦੇ ਸਨ, ਤੇ ਉਸ ਨੂੰ ਟੋਏ ਵਿੱਚੋਂ ਕੁੰਡੇ ਮਾਰ ਮਾਰ ਕੇ ਉਹਦਾ ਸਾਰਾ ਹੰਕਾਰ, ਉਹਦੀ ਆਕੜ ਤੇ ਉਹਦਾ ਜਿਹੜਾ ਜੰਗਲੀ ਸੁਭਾਅ ਉਸ ਨੂੰ ਖਤਮ ਕਰ ਦਿੰਦੇ। ਤੇ ਫਿਰ ਜਦੋਂ ਐਨ ਉਹਨਾਂ ਦੇ ਅਨੁਸਾਰ ਚੱਲਣ ਲੱਗ ਪੈਂਦਾ, ਤੇ ਫਿਰ ਉਸ ਹਾਥੀ ਨੂੰ ਸਾਰੀ ਸਿੱਖਿਆ ਦੇ ਕੇ ਉਸ ਤੋਂ ਬਾਅਦ ਟੋਏ ਵਿੱਚੋਂ ਬਾਹਰ ਕੱਢਦੇ। ਫਿਰ ਹਾਥੀ ਬਾਹਰ ਆ ਕੇ ਜਿਵੇਂ ਵੀ ਉਹ ਮੁਹਾਵਤ ਉਸ ਨੂੰ ਕਹਿੰਦਾ ਸੀ ਉਸੇ ਤਰ੍ਹਾਂ ਹੀ ਉਹ ਚੱਲਦਾ ਸੀ। ਸਤਿਗੁਰੂ ਕਹਿੰਦੇ ਨੇ ਇਸ ਮਨ ਨੂੰ ਵੀ ਅਸੀਂ ਵਸ ਕਰਨਾ ਹੈ। ਇਹਨੂੰ ਕਿਵੇਂ ਵਸ ਕੀਤਾ ਜਾ ਸਕਦਾ ਹੈ? ਇਹ ਤੇ ਜੰਗਲੀ ਹਾਥੀ ਹੈ। ਗੁਰ ਅੰਕਸ, ਬਈ ਗੁਰੂ ਮਹਾਰਾਜ ਮੁਹਾਵਤ ਨੇ, ਉਹਨਾਂ ਦਾ ਗਿਆਨ ਅੰਕਸ ਕੁੰਡੇ ਵਾਂਗ ਹੈ। ਜਿਵੇਂ ਮੁਹਾਵਤ ਕੁੰਡੇ ਨਾਲ ਹੀ ਹਾਥੀ ਨੂੰ ਵਸ ਕਰਦਾ ਹੈ ਨਾ, ਅਸੀਂ ਗੁਰੂ ਦੇ ਸ਼ਬਦ ਰੂਪ ਕੁੰਡੇ ਦੇ ਨਾਲ, ਗਿਆਨ ਰੂਪੀ ਕੁੰਡੇ ਦੇ ਨਾਲ ਇਸ ਮਨ ਨੂੰ ਵਸ ਕਰਨਾ। ਤੇ ਜਦੋਂ ਗੁਰੂ ਦੇ ਗਿਆਨ ਦੇ ਨਾਲ ਇਹ ਸਾਡਾ ਮਨ ਰੂਪੀ ਹਾਥੀ ਵਸ ਆ ਜਾਵੇ, ਭਾਵ ਗੁਰੂ ਦੀ ਗੱਲ ਮੰਨਣ ਲੱਗ ਪਵੇ, ਸੱਚ ਸ਼ਬਦ ਨਿਸ਼ਾਨਾ, ਫਿਰ ਇਹਦੇ ਉੱਤੇ ਸੱਚੇ ਸ਼ਬਦ ਦਾ ਨਿਸ਼ਾਨ ਪੈ ਜਾਂਦਾ ਹੈ। ਭਾਵ ਉਹ ਮੁਹਾਵਤ ਉਸ ਹਾਥੀ ਦੇ ਉੱਤੇ ਇੱਕ ਉਹ ਪੱਕੀ ਮੋਹਰ ਲਾ ਦਿੰਦੇ। ਕੋਈ ਲੋਹੇ ਦੀ ਟੁਕੜਾ ਲੈ ਕੇ ਤੇ ਉਹਨੂੰ ਗਰਮ ਕਰਕੇ ਹਾਥੀ ਦੇ ਜਿਸਮ ਉੱਤੇ ਨਿਸ਼ਾਨ ਲਾ ਦਿੰਦੇ ਸਨ ਵੀ ਇਹ ਹੁਣ ਹਾਥੀ ਸੁਸਿੱਖਿਅਤ ਹੋ ਗਿਆ। ਹਜ਼ੂਰ ਕਹਿੰਦੇ ਨੇ ਵੀ ਇਹ ਮਨ ਹਾਥੀ ਹੈ, ਸਰੀਰ ਦੀ ਉਜਾੜ ਦੇ ਵਿੱਚ ਭੱਜਿਆ ਫਿਰਦਾ ਹੈ ਤੇ ਬੜਾ ਨੁਕਸਾਨ ਕਰ ਰਿਹਾ ਹੈ। ਗੁਰੂ ਮੁਹਾਵਤ ਨੇ ਉਹਨਾਂ ਦੇ ਗਿਆਨ ਦੇ ਕੁੰਡੇ ਨਾਲ ਇਹਨੂੰ ਆਪਾਂ ਵਸ ਕਰਨਾ ਹੈ। ਭਾਵ ਗੁਰਬਾਣੀ ਦੀ ਉਪਦੇਸ਼ ਨਾਲ ਆਪਣੇ ਮਨ ਨੂੰ ਮਾੜੇ ਸੁਭਾਅ ਤੋਂ ਰੋਕਣਾ ਹੈ। ਸੱਚ ਸ਼ਬਦ ਨਿਸ਼ਾਨਾ, ਫਿਰ ਇਹਦੇ ਉੱਤੇ ਸੱਚੇ ਸ਼ਬਦ ਦਾ ਨਿਸ਼ਾਨ ਪੈ ਜਾਂਦਾ ਹੈ। ਭਾਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਗੁਰਮਤਿ ਨਾਮ ਦੀ ਸੋਝੀ ਬਖਸ਼ਿਸ਼ ਕਰਕੇ ਇਸ ਨੂੰ ਆਪਣਾ ਸਿੱਖ ਬਣਾ ਲੈਂਦੇ ਹਨ। ਰਾਜ ਦੁਆਰੈ ਸੋਭ ਸੋ ਮਾਨੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸੁਸਿੱਖਿਅਤ ਹਾਥੀ ਹੁੰਦਾ ਹੈ, ਫਿਰ ਰਾਜ ਦੁਆਰੈ, ਉਹ ਜਿਹੜੇ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਹੁੰਦੇ ਨੇ, ਉਹਨਾਂ ਦੇ ਦਰਵਾਜ਼ੇ ਤੇ ਪਹੁੰਚ ਜਾਂਦਾ ਹੈ। ਤੇ ਸੋਭ ਸੋ ਮਾਨੈ, ਤੇ ਉਸ ਨੂੰ ਸੋਭਾ ਤੇ ਮਾਨੈ ਦਾ ਅਰਥ ਸਨਮਾਨ ਹਾਸਲ ਹੁੰਦਾ, ਕਿਉਂਕਿ ਫਿਰ ਉਹਨਾਂ ਸੁਸਿੱਖਿਅਤ ਹਾਥੀਆਂ ਦੇ ਉੱਤੇ ਤੇ ਰਾਜੇ ਮਹਾਰਾਜੇ ਬੈਠਦੇ ਨੇ, ਅਸਵਾਰੀਆਂ ਕਰਦੇ ਨੇ। ਤੇ ਜਦੋਂ ਫਿਰ ਲੋਕ ਰਾਜੇ ਨੂੰ ਸਲਾਮ ਦੁਆ ਕਰਦੇ ਨੇ, ਨਾਲ ਹਾਥੀ ਦਾ ਵੀ ਸਤਿਕਾਰ ਹੁੰਦਾ। ਸਤਿਗੁਰੂ ਕਹਿੰਦੇ ਨੇ ਵੀ ਰਾਜ ਦੁਆਰਾ, ਰਾਜ ਦੁਆਰਾ ਕੀ ਹੈ? ਵਾਹਿਗੁਰੂ ਪਰਮੇਸ਼ਰ ਦੀ ਦਰਗਾਹ। ਭਾਵ ਜਿਹੜਾ ਮਨ ਰੂਪੀ ਹਾਥੀ ਗੁਰੂ ਕੇ ਸ਼ਬਦ ਦੁਆਰਾ ਸੁਸਿੱਖਿਅਤ ਹੋ ਜਾਂਦਾ ਹੈ, ਜਿਹਦੇ ਉੱਤੇ ਗੁਰੂ ਦੇ ਨਾਮ ਦੀ ਮੋਹਰ ਲੱਗ ਜਾਂਦੀ ਹੈ, ਤੇ ਫਿਰ ਉਹ ਵਾਹਿਗੁਰੂ ਦੇ ਰਾਜ ਦਰਬਾਰ ਦੇ ਵਿੱਚ ਵੀ ਸ਼ੋਭਾ ਤੇ ਮਾਣ ਪ੍ਰਾਪਤ ਕਰਦਾ ਹੈ। ਚਤੁਰਾਈ ਨਹਿ ਜੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ ਰਹਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਗੱਲ ਯਾਦ ਰੱਖੋ, ਮਨੁੱਖ ਆਪਣੀ ਚਤੁਰਾਈ ਨਾਲ ਕਦੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ। ਚਤੁਰਾਈ ਨਹਿ ਚੀਨਿਆ ਜਾਏ, ਚਤੁਰਾਈ ਨਾਲ ਉਹ ਪਰਮਾਤਮਾ ਚੀਨਿਆ ਹੀ ਨਹੀਂ ਜਾ ਸਕਦਾ। ਚੀਨਣ ਤੋਂ ਮੁਰਾਦ ਹੈ ਉਹਦੀ ਡੂੰਘੀ ਜਾਣ ਪਛਾਣ ਵਾਕਫੀਅਤ ਹਾਸਲ ਕਰਨੀ। ਇਉਂ ਉਸ ਵਾਹਿਗੁਰੂ ਦੀ ਕੋਈ ਜਾਣ ਪਛਾਣ ਨਹੀਂ ਹੋ ਸਕਦੀ। ਗੁਰ ਅੰਕਸ ਬਿਨ ਮਾਰੇ ਕਿਉਂ ਕੀਮਤ ਪਾਏ। ਹਜ਼ੂਰ ਕਹਿੰਦੇ, ਭਾਈ ਇਹ ਮਨ
ਹਾਥੀ ਵਾਂਗੂ ਆ, ਇਹਦਾ ਜੰਗਲੀ ਸੁਭਾਅ ਮਾਰੇ ਤੋਂ ਬਿਨਾਂ ਕਿਉਂ ਕੀਮਤ ਪਾਏ। ਇਹ ਕਿਵੇਂ ਵਾਹਿਗੁਰੂ ਦੀ ਕੀਮਤ ਪਾ ਸਕਦਾ? ਨਹੀਂ ਪਾ ਸਕਦਾ। ਭਾਵ ਆਪਣੀਆਂ ਮਨ ਦੀਆਂ ਆਦਤਾਂ ਨੂੰ ਸੁਧਾਰਨਾ ਪੈਂਦਾ। ਮਨ ਦੇ ਜੰਗਲੀ ਸੁਭਾਅ ਨੂੰ ਤਿਆਗ ਕੇ ਤੇ ਫਿਰ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਧਰਮ ਹੈ ਅੰਮ੍ਰਿਤ ਤਸ ਕਰ ਲੈ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ। ਹੁਣ ਇੱਕ ਹੋਰ ਦੂਜੇ ਸੋਹਣੇ ਅਲੰਕਾਰ ਦੇ ਵਿੱਚ ਗੁਰੂ ਮਹਾਰਾਜ ਜੀਵ ਦੀ ਲਾਪਰਵਾਹੀ ਦੀ ਅਵਸਥਾ ਬਿਆਨ ਕਰਦੇ ਹਨ ਵੀ ਘਰ ਦੇ ਵਿੱਚ ਅੰਮ੍ਰਿਤ ਹੈ। ਉਹ ਅੰਮ੍ਰਿਤ ਕੀ ਹੈ? ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਵਾਹਿਗੁਰੂ ਦਾ ਨਾਮ ਦਾ ਅੰਮ੍ਰਿਤ ਸਰੋਵਰ ਸਾਡੇ ਅੰਦਰ ਵੀ ਹੈ, ਪਰ ਹਜ਼ੂਰ ਕਹਿੰਦੇ ਨੇ ਘਰ ਦੇ ਵਿੱਚ ਅੰਮ੍ਰਿਤ ਹੈ ਤਸਕਰ ਲਈ, ਪਰ ਉਹਨੂੰ ਚੋਰ ਲੁੱਟੀ ਜਾ ਰਹੇ ਨੇ। ਚੋਰ ਕਿਹੜੇ ਨੇ? ਚੋਰ ਨੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਵਿਕਾਰ ਨੇ, ਇਹਨਾਂ ਨੂੰ ਗੁਰੂ ਮਹਾਰਾਜ ਨੇ ਚੋਰ ਲਿਖਿਆ। ਚੋਰ ਕਿਉਂ ਲਿਖਿਆ? ਚੋਰ ਲਿਖਣ ਦਾ ਕਾਰਨ ਇਹ ਹੈ, ਜਿਹੜਾ ਚੋਰ ਆਦਮੀ ਹੈ ਉਹ ਹਮੇਸ਼ਾ ਲਈ ਆਪਣੇ ਆਪ ਨੂੰ ਛੁਪਾ ਕੇ ਰੱਖਦਾ। ਚੋਰ ਕਦੇ ਆਪਣੀ ਹੋਂਦ ਨੂੰ ਪ੍ਰਗਟ ਨਹੀਂ ਕਰਦਾ। ਕਦੇ ਚੋਰ ਇਹ ਗੱਲ ਨਹੀਂ ਕਹਿੰਦਾ ਮੈਂ ਚੋਰ ਹਾਂ, ਤੇ ਫਿਰ ਜਦੋਂ ਉਹਦਾ ਦਾਅ ਲੱਗਦਾ ਹੈ ਉਸ ਵੇਲੇ ਉਹ ਕਿਸੇ ਦੀ ਚੀਜ਼ ਚੁਰਾ ਕੇ ਭੱਜ ਜਾਂਦਾ ਹੈ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ ਵੀ ਚੋਰਾਂ ਵਾਂਗੂ ਲੋਕੇ ਸਾਡੇ ਅੰਦਰ ਬੈਠੇ ਨੇ। ਆਪਣੇ ਆਪ ਦਾ ਪਤਾ ਨਹੀਂ ਲੱਗਣ ਦਿੰਦੇ, ਸਾਨੂੰ ਪਤਾ ਨਹੀਂ ਲੱਗਦਾ ਇਹ ਚੋਰ ਨੇ। ਤੇ ਫਿਰ ਜਦੋਂ ਇਹਨਾਂ ਦਾ ਦਾਅ ਲੱਗਦਾ ਹੈ ਤੇ ਇਹ ਸਾਡੇ ਉਸ ਅੰਮ੍ਰਿਤ ਨੂੰ ਲੁੱਟਦੇ ਨੇ। ਭਾਵ ਸਾਨੂੰ ਨਾਮ ਨਹੀਂ ਜਪਣ ਦਿੰਦੇ, ਉਸ ਅੰਦਰਲੇ ਅੰਮ੍ਰਿਤ ਤੱਕ ਜਾਣ ਨਹੀਂ ਦਿੰਦੇ। ਜਦੋਂ ਕੋਈ ਆਦਮੀ ਬੈਠ ਕੇ ਕੋਈ ਮਾੜਾ ਮੋਟਾ ਸਿਮਰਨ ਅਭਿਆਸ ਕਰਦਾ ਵੀ ਹੈ, ਉਸੇ ਵੇਲੇ ਵਿਕਾਰ ਆ ਕੇ ਰਸਤੇ ਵਿੱਚ ਰੋਕਣ ਲੱਗ ਜਾਂਦੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰ ਚੋਰਾਂ ਵਾਂਗੂ, ਤੇ ਸਾਨੂੰ ਉਸ ਅੰਮ੍ਰਿਤ ਦੇ ਸਰੋਵਰ ਦੇ ਕੋਲ ਜਾਣ ਹੀ ਨਹੀਂ ਦਿੰਦੇ, ਤੇ ਰਸਤੇ ਦੇ ਵਿੱਚ ਹੀ ਸਾਨੂੰ ਰੋਕ ਕੇ ਤੇ ਆਪ ਉਸ ਨੂੰ ਲੁੱਟੀ ਜਾਂਦੇ ਹਨ। ਨੰਨਾ ਕਾਰ ਨਾ ਕੋਏ ਕਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜੇ ਚੋਰ ਨੇ ਇਸ ਢੰਗ ਦੇ ਨਾਲ ਚੋਰੀ ਕਰਦੇ ਨੇ, ਕੋਈ ਇਹਨਾਂ ਨੂੰ ਨਾ ਨੁੱਕਰ ਵੀ ਨਹੀਂ ਕਰ ਸਕਦਾ। ਜਦੋਂ ਇਹ ਵਿਕਾਰ ਸਾਡੇ ਜੀਵਨ ਦੇ ਸੁੱਖ ਨੂੰ ਬਰਬਾਦ ਕਰਦੇ ਨੇ, ਸਾਡੇ ਆਤਮਿਕ ਸੁੱਖ ਨੂੰ ਨੁਕਸਾਨ ਪਹੁੰਚਾਉਂਦੇ ਨੇ, ਤੇ ਇਹਨਾਂ ਨੂੰ ਉਸ ਵੇਲੇ ਕੋਈ ਆਦਮੀ ਨਾ ਨੁੱਕਰ ਵੀ ਨਹੀਂ ਕਰ ਸਕਦਾ, ਕਿਉਂਕਿ ਚੋਰ ਨੇ। ਜਦੋਂ ਚੋਰ ਹਮਲਾ ਕਰਦੇ ਨੇ ਨਾ ਕਿਸੇ ਦੇ ਘਰ ਉੱਤੇ, ਤੁਹਾਨੂੰ ਪਤਾ ਹੀ ਹੈ, ਉਹ ਪੂਰੇ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਹਮਲਾ ਕਰਦੇ ਨੇ, ਤੇ ਜੇ ਕੋਈ ਮੂਹਰੇ ਆਵੇ ਉਹਦਾ ਜਾਨੀ ਨੁਕਸਾਨ ਵੀ ਕਰ ਦਿੰਦੇ, ਕੋਈ ਸੱਟ ਫੇਟ ਵੀ ਮਾਰ ਦਿੰਦੇ ਨੇ, ਕਈ ਵਾਰੀ ਗੋਲੀ ਮਾਰ ਕੇ ਭੱਜ ਜਾਂਦੇ ਨੇ। ਇਹ ਚੋਰਾਂ ਦਾ ਕੰਮ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਇਹੋ ਜਿਹੇ ਚੋਰ ਨੇ ਜਿਨ੍ਹਾਂ ਨੂੰ ਕੋਈ ਨੰਨਾ ਕਾਰ ਦਾ ਅਰਥ ਹੈ ਕੋਈ ਨਾ ਨੁੱਕਰ ਵੀ ਨਹੀਂ ਕਰ ਸਕਦਾ। ਰੱਖੈ ਆਪ ਵਡਿਆਈ ਦੇਈ। ਲੋ ਅਖੀਰ ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਵਡਿਆਈ ਦੇਣਾ ਚਾਹੇ ਤੇ ਫਿਰ ਉਸ ਨੂੰ ਇਹਨਾਂ ਚੋਰਾਂ ਤੋਂ ਆਪ ਹੀ ਬਚਾ ਕੇ ਰੱਖਦਾ ਹੈ। ਭਾਵ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਮਿਹਰਬਾਨ ਹੁੰਦਾ ਹੈ ਉਹ ਇਹਨਾਂ ਚੋਰਾਂ ਤੋਂ ਬਚਦੇ ਨੇ, ਔਰ ਉਹ ਇਹਨਾਂ ਚੋਰਾਂ ਨੂੰ ਵਸ ਕਰਦੇ ਨੇ, ਤੇ ਫਿਰ ਉਹਨਾਂ ਨੂੰ ਲੋਕ ਤੇ ਪ੍ਰਲੋਕ ਵਿੱਚ ਵਡਿਆਈ ਵੀ ਮਿਲਦੀ ਹੈ। ਨੀਲ ਅਨੀਲ ਅਗਨ ਇੱਕ ਠਾਈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮਨੁੱਖ ਦੇ ਅੰਦਰ ਵੀ ਇੱਕ ਐਸੀ ਅੱਗ ਹੈ ਨੀਲ ਅਨੀਲ, ਜਿਹੜੀ ਗਿਣਤੀ ਤੋਂ ਵੀ ਅਨੀਲ ਅਣਗਿਣਤੀ ਹੈ। ਕਿਉਂਕਿ ਜਿਹੜਾ ਨੀਲ ਪਦ ਹੈ ਇਹ ਸੰਖਿਆਵਾਚਕ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਈ ਅਰਬ ਤੋਂ ਅੱਗੇ ਪਦਮ ਅਤੇ ਨੀਲ ਤੇ ਸੰਖ ਆਦਿਕ ਇਹ ਗਿਣਤੀ ਦੇ ਸੂਚਕ ਅੰਕ ਹੁੰਦੇ ਸਨ। ਨੀਲ ਅਨੀਲ ਹਜ਼ੂਰ ਕਹਿੰਦੇ ਨੇ ਇਹ ਮਨੁੱਖ ਚਾਹੇ ਨੀਲ ਦੀ ਗਿਣਤੀ ਤੋਂ ਵੀ ਅਨੀਲ ਹੋਰ ਅਣਗਿਣਤ ਮਾਇਆ ਇਕੱਠੀ ਕਰ ਲਵੇ, ਪਰ ਇਹਦੇ ਅੰਦਰੋਂ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ ਨਾ ਉਹ ਨਹੀਂ ਸ਼ਾਂਤ ਹੁੰਦੀ। ਨੀਲ ਅਨੀਲ ਅਗਨ ਇੱਕ ਠਾਈ। ਹਜ਼ੂਰ ਕਹਿੰਦੇ ਨੇ ਨੀਲ ਅਨੀਲ ਦਾ ਅਰਥ ਹੈ ਗਿਣਤੀ ਤੋਂ ਵੀ ਅਨੀਲ ਅਣਗਿਣਤ। ਭਾਵ
ਬੇਅੰਤ ਪਦਾਰਥਾਂ ਨੂੰ ਪ੍ਰਾਪਤ ਕਰਕੇ ਵੀ ਜਿਹੜੀ ਤ੍ਰਿਸ਼ਨਾ ਦੀ ਅੱਗ ਸ਼ਾਂਤ ਨਹੀਂ ਹੁੰਦੀ। ਇੱਕ ਠਾਈ ਇਹ ਨੀਲ ਤੇ ਅਨੀਲ ਮਾਇਆ ਨੂੰ ਇਕੱਠੀ ਕਰਕੇ, ਇਕਠਾਈ ਦਾ ਅਰਥ ਹੈ ਇਕੱਠੀ ਕਰਕੇ ਜਿਹੜੀ ਅੱਗ ਬੁਝਦੀ ਨਹੀਂ ਹੈ। ਤੇ ਤੁਸੀਂ ਕਦੇ ਵੀ ਆਪਣੇ ਮਨ ਵਿੱਚ ਝਾਤ ਮਾਰ ਕੇ ਦੇਖੋ, ਮਨੁੱਖ ਦਾ ਮਨ ਐਸਾ ਸਮੁੰਦਰ ਵਾਂਗੂ ਹੈ ਜਿਹਦੇ ਵਿੱਚ 999 ਨਦੀਆਂ ਵੀ ਪੈ ਜਾਣ ਤਾਂ ਵੀ ਇਹ ਭਰਦਾ ਨਹੀਂ, ਕਿਉਂਕਿ ਸਮੁੰਦਰ ਦੇ ਵਿੱਚ ਇੱਕ ਬੜਵਾ ਨਾਲ ਅਗਨੀ ਹੁੰਦੀ ਹੈ, ਉਹ ਸਮੁੰਦਰ ਦੇ ਵਾਧੂ ਪਾਣੀ ਨੂੰ ਸਾੜ ਦਿੰਦੀ ਹੈ। ਇਸੇ ਤਰ੍ਹਾਂ ਮਨੁੱਖ ਦੇ ਹਿਰਦੇ ਵਿੱਚ ਉਹ ਤ੍ਰਿਸ਼ਨਾ ਦੀ ਅੱਗ ਹੈ। ਸਹਿਸ ਕਟੇ ਲੱਖ ਕੋ ਉਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨ ਤ੍ਰਿਪਤਾਵੈ ਖਪ ਖਪ ਮਰੈ। ਤੇ ਉਹ ਜਿਹੜੀ ਅੱਗ ਕਿਸੇ ਤਰ੍ਹਾਂ ਵੀ ਸ਼ਾਂਤ ਨਹੀਂ ਹੁੰਦੀ। ਇਹ ਨੀਲ ਅਨੀਲ ਅਗਨ ਇਕਠਾਈ, ਨੀਲ ਅਨੀਲ ਦਾ ਅਰਥ ਹੈ ਵੀ ਗਿਣਤੀ ਤੋਂ ਅਣਗਿਣਤ ਮਾਇਆ ਨੂੰ, ਪਦਾਰਥਾਂ ਨੂੰ ਇਕੱਠੇ ਕਰਕੇ ਵੀ ਉਹ ਅੱਗ ਕਿਸੇ ਤਰ੍ਹਾਂ ਬੁਝਦੀ ਨਹੀਂ ਸੀ। ਜਲ ਨਿਵਰੀ ਗੁਰ ਬੂਝ ਬੁਝਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਲ ਨਿਵਰੀ, ਜਲ ਦਾ ਅਰਥ ਹੈ ਉਹ ਜਲਣ ਵਾਲੀ, ਜਲਨਸ਼ੀਲ ਜੋ ਪਦਾਰਥ ਹੁੰਦਾ ਉਹਨੂੰ ਕਹਿੰਦੇ ਨੇ ਅੱਗ। ਜਲ ਨਿਵਰੀ, ਉਹ ਹੁਣ ਸਾਡੀ ਅੱਗ ਬੁਝ ਗਈ ਹੈ। ਕਿਵੇਂ? ਗੁਰ ਬੂਝ ਬੁਝਾਈ, ਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਸਮਝਾ ਦਿੱਤੀ। ਉਹ ਸਿੱਖਿਆ ਕੀ ਸੀ? ਸਤਿਗੁਰੂ ਕਹਿੰਦੇ, ਭਾਈ ਤੁਸੀਂ ਅੱਗ ਨੂੰ ਈਂਧਨ ਦੇ ਨਾਲ ਕਦੀ ਵੀ ਤ੍ਰਿਪਤ ਨਹੀਂ ਕਰ ਸਕਦੇ। ਅੱਗ ਉੱਤੇ ਜਿੰਨਾ ਮਰਜੀ ਈਂਧਨ ਪਾਈ ਜਾਓ ਕਦੇ ਵੀ ਰਜਦੀ ਨਹੀਂ ਹੈ। ਇਸੇ ਤਰ੍ਹਾਂ ਤੁਸੀਂ ਆਪਣੀ ਤ੍ਰਿਸ਼ਨਾ ਦੀ ਅੱਗ ਨੂੰ ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ ਕਦੇ ਵੀ ਬੁਝਾ ਨਹੀਂ ਸਕਦੇ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਜੇ ਤੁਸੀਂ ਅੱਗ ਨੂੰ ਬੁਝਾਉਣਾ ਹੈ ਨਾ ਤੇ ਫਿਰ ਇੱਕੋ ਹੀ ਤਰੀਕਾ ਹੈ, ਤੁਸੀਂ ਅੱਗ ਤੇ ਪਾਣੀ ਪਾਓ। ਜੇ ਅੱਗ ਤੇ ਪਾਣੀ ਪਾਓਗੇ ਤੇ ਅੱਗ ਬੁਝ ਸਕਦੀ ਹੈ, ਜੇ ਅੱਗ ਤੇ ਈਂਧਨ ਪਾਓਗੇ ਤੇ ਅੱਗ ਹੋਰ ਭੜਕਦੀ ਹੈ। ਇਹ ਮਾਇਆ ਤੇ ਪਦਾਰਥ ਈਂਧਨ ਵਾਂਗ ਨੇ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਲ ਵਾਂਗ ਹੈ, ਇਹ ਫਾਇਰ ਬ੍ਰਿਗੇਡ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਸਤਿਗੁਰੂ ਨੇ ਸਾਨੂੰ ਐਸੀ ਸਿੱਖਿਆ ਬੁਝਾ ਦਿੱਤੀ, ਤੁਸੀਂ ਇਸ ਨੂੰ ਅੰਮ੍ਰਿਤ ਨਾਮ ਦੇ ਜਲ ਦੇ ਨਾਲ ਬੁਝਾ ਸਕਦੇ ਹੋ। ਤੇ ਜਲ ਨਿਵਰੀ, ਹੁਣ ਗੁਰੂ ਦੀ ਕਿਰਪਾ ਦੇ ਨਾਲ ਇਹ ਅੱਗ ਸ਼ਾਂਤ ਹੋ ਗਈ ਹੈ। ਮਨ ਦੇ ਲਿਆ ਰਹਸ ਗੁਣ ਗਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਬੇਨਤੀ ਕੀਤੀ, ਮਹਾਰਾਜ ਤੁਸੀਂ ਨਾਮ ਕਿਵੇਂ ਲਿਆ ਹੈ? ਤਾਂ ਹਜ਼ੂਰ ਕਹਿੰਦੇ, ਆਪਣੇ ਗੁਰੂ ਨੂੰ ਮਨ ਦੇ ਕੇ ਇਹ ਨਾਮ ਲਿਆ ਹੈ। ਮਨ ਦੇ ਕੇ ਨਾਮ ਲਿਆ ਜਾਂਦਾ ਹੈ। ਅਸੀਂ ਗੁਰੂ ਨੂੰ ਹੋਰ ਚੀਜ਼ਾਂ ਤੇ ਭੇਟਾ ਕਰ ਦਿੰਦੇ ਹਾਂ, ਕੋਈ ਮਾਇਆ, ਕੋਈ ਡਾਲਰ, ਕੋਈ ਰੁਮਾਲੇ, ਕੋਈ ਫਰੂਟ, ਕੋਈ ਕੁਝ ਹੋਰ ਵੀ ਸੇਵਾ ਕਰ ਦਿੰਦਾ, ਪਰ ਹਜ਼ੂਰ ਕਹਿੰਦੇ ਮਨ ਨਹੀਂ ਅਸੀਂ ਦਿੰਦੇ ਗੁਰੂ ਨੂੰ। ਜਿੰਨਾ ਚਿਰ ਤੱਕ ਮਨ ਨਹੀਂ ਦਿੰਦੇ ਉਹਨਾਂ ਚਿਰ ਤੱਕ ਗੱਲ ਵੀ ਨਹੀਂ ਬਣਦੀ। ਹਜ਼ੂਰ ਕਹਿੰਦੇ ਨੇ ਮਨ ਦੇ ਲਿਆ, ਅਸੀਂ ਮਨ ਦੇ ਕੇ ਗੁਰੂ ਦੇ ਪਾਸੋਂ ਨਾਮ ਦਾ ਅੰਮ੍ਰਿਤ ਜਲ ਪ੍ਰਾਪਤ ਕੀਤਾ ਹੈ। ਹੁਣ ਸਾਡਾ ਮਨ ਐਨ ਸ਼ਾਂਤ ਹੋ ਗਿਆ ਹੈ ਤੇ ਰਹਿਸ ਗੁਣ ਗਾਈ। ਰਹਿਸ ਦਾ ਅਰਥ ਹੈ ਹੁਣ ਅਸੀਂ ਬੜੇ ਖੁਸ਼ੀਆਂ ਤੇ ਖੇੜੇ ਦੇ ਵਿੱਚ ਤੇ ਬੜੇ ਆਨੰਦ ਵਿੱਚ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਹੇ ਹਾਂ। ਜੈਸਾ ਘਰ ਬਾਹਰ ਸੋ ਤੈਸਾ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਨੂੰ ਇਹ ਦੱਸੋ ਵੀ ਉਹ ਵਾਹਿਗੁਰੂ ਪਰਮੇਸ਼ਰ ਦਾ ਅਨੁਭਵ ਤੁਹਾਨੂੰ ਕਿਸ ਤਰ੍ਹਾਂ ਹੋਇਆ? ਕਿਉਂਕਿ ਕਈ ਤਾਂ ਇਹ ਗੱਲ ਕਹਿੰਦੇ ਨੇ ਉਹ ਵਾਹਿਗੁਰੂ ਅੰਦਰ ਹੈ, ਕੋਈ ਇਹ ਗੱਲ ਕਹਿੰਦੇ ਨੇ ਉਹ ਵਾਹਿਗੁਰੂ ਬਾਹਰ ਹੈ, ਤੇ ਕੋਈ ਕਹਿੰਦਾ ਵੀ ਤੁਸੀਂ ਗੁਫਾ ਦੇ ਵਿੱਚ ਬੈਠ ਕੇ ਕੋਈ ਭਗਤੀ ਕਰੋ, ਤਪੱਸਿਆ ਕਰੋ ਤਾਂ ਤੁਹਾਨੂੰ ਰੱਬ ਮਿਲ ਸਕਦਾ ਹੈ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜੈਸਾ ਘਰ, ਵੀ ਜਿਹੋ ਜਿਹਾ ਘਰ ਦੇ ਵਿੱਚ ਪਰਮੇਸ਼ਰ ਸਾਨੂੰ ਨਜ਼ਰ ਆ ਰਿਹਾ ਹੈ, ਬਾਹਰ ਸੋ ਤੈਸਾ, ਉਸੇ ਤਰ੍ਹਾਂ ਦਾ ਸਾਨੂੰ ਬਾਹਰ ਵੀ ਉਹੀ ਨਜ਼ਰ ਆ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਜਿਵੇਂ ਇੱਕ ਸੂਖਮ ਤੱਤ ਹੈ ਜਿਸ ਨੂੰ ਆਪਾਂ ਆਕਾਸ਼ ਕਹਿੰਦੇ ਹਾਂ, ਪੁਲਾੜ ਕਹਿੰਦੇ ਹਾਂ। ਤੁਸੀਂ ਘਰ ਦੇ ਵਿੱਚ ਜਿੱਥੇ ਬੈਠਦੇ ਹੋ ਉੱਥੇ ਵੀ ਉਹ ਆਕਾਸ਼ ਹੈ, ਤੇ ਤੁਸੀਂ ਬਾਹਰ ਨਿਕਲ ਜਾਓ ਘਰ ਤੋਂ ਉੱਥੇ ਵੀ ਆਕਾਸ਼ ਹੈ, ਕਿਉਂਕਿ ਆਕਾਸ਼ ਸੂਖਮ ਤੱਤ ਹੈ। ਤੁਸੀਂ ਕਿਧਰੇ ਵੀ ਚਲੇ ਜਾਓ, ਹੋ ਸਕਦਾ ਕਿਸੇ ਥਾਂ ਧਰਤੀ ਨਾ ਹੋਵੇ, ਹੋ ਸਕਦਾ ਕਿਸੇ ਥਾਂ ਜਾ ਕੇ ਅੱਗ ਵੀ ਨਾ ਨਜ਼ਰ ਆਵੇ, ਹੋ ਸਕਦਾ ਕਿਧਰੇ ਹਵਾ ਵੀ ਮੁੱਕ ਜਾਵੇ, ਪਰ ਆਕਾਸ਼ ਰਹਿੰਦਾ।
ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜੈਸਾ ਘਰ ਜਿਹੋ ਜਿਹਾ ਵਾਹਿਗੁਰੂ ਘਰ ਦੇ ਵਿੱਚ ਹੈ ਤਿਹੋ ਜਿਹਾ ਸਾਨੂੰ ਬਾਹਰ ਦਿਸਦਾ ਹੈ। ਭਾਵ ਜਿਹੋ ਜਿਹਾ ਵਾਹਿਗੁਰੂ ਸਾਡੇ ਹਿਰਦੇ ਵਿੱਚ ਵਸ ਰਿਹਾ ਹੈ ਤੇ ਬਾਹਰ ਵੀ ਸਾਰੇ ਸੰਸਾਰ ਦੇ ਵਿੱਚ ਉਹੀ ਵਸ ਰਿਹਾ ਹੈ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਜ਼ਰੀਆ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੈ। ਬੈਸ ਗੁਫਾ ਮਹਿ ਆਖੋ ਕੈਸਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਯੋਗੀਆਂ ਤੇ ਹੋਰ ਰਿਸ਼ੀਆਂ ਮੁਨੀਆਂ ਵਾਂਗੂ ਗੁਫਾ ਦੇ ਵਿੱਚ ਬੈਠ ਕੇ ਤੇ ਅਸੀਂ ਉਹਦੇ ਬਾਰੇ ਆਖੋ ਕੈਸਾ, ਵੀ ਅਸੀਂ ਕਿਹੋ ਜਿਹਾ ਹੋਰ ਦਸੀਏ। ਭਾਵ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ। ਜਿੱਥੇ ਵੀ ਸਾਡੀ ਦ੍ਰਿਸ਼ਟੀ ਜਾਂਦੀ ਹੈ ਸਾਨੂੰ ਤੇ ਘਰ ਵਿੱਚ ਵੀ ਤੇ ਬਾਹਰ ਵੀ ਤੇ ਗੁਫਾ ਦੇ ਵਿੱਚ ਵੀ ਤੇ ਪਹਾੜਾਂ ਦੇ ਵਿੱਚ ਵੀ ਸਭ ਥਾਵਾਂ ਤੇ ਸਾਨੂੰ ਤਾਂ ਇੱਕੋ ਹੀ ਵਾਹਿਗੁਰੂ ਦਿਸਦਾ ਹੈ। ਤੇ ਗੁਫਾ ਦੇ ਵਿੱਚ ਬੈਠ ਕੇ ਤੇ ਆਖੋਂ ਕੈਸਾ, ਸੀ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਕਿਸ ਤਰ੍ਹਾਂ ਆਖ ਦਈਏ ਵੀ ਉਹੋ ਜਿਹਾ ਹੈ। ਸਾਗਰ ਡੂੰਗਰ ਨਿਰਭਉ ਐਸਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਪਰਮੇਸ਼ਰ ਤੇ ਐਸਾ ਨਿਰਭਉ ਹੈ, ਐਸਾ ਨਿਡਰ ਹੈ, ਭੈ ਤੋਂ ਰਹਿਤ ਹੈ। ਸਾਗਰ ਡੂੰਗਰ, ਉਹ ਸਾਗਰ ਸਮੁੰਦਰਾਂ ਦੇ ਵਿੱਚ ਵੀ ਹੈ ਤੇ ਡੂੰਗਰ ਪਹਾੜਾਂ ਦੇ ਵਿੱਚ ਵੀ ਹੈ। ਭਾਵ ਕੱਲਾ ਘਰ ਤੇ ਬਾਹਰ ਹੀ ਨਹੀਂ, ਉਹ ਪਹਾੜਾਂ ਦੇ ਵਿੱਚ ਵੀ ਤੇ ਸਮੁੰਦਰਾਂ ਦੇ ਵਿੱਚ ਵੀ ਉਹੀ ਵਸ ਰਿਹਾ ਹੈ। ਤੇ ਹੁਣ ਜਿਹੜਾ ਹੈ ਹੀ ਸਰਵ ਵਿਆਪਕ, ਬੈਸ ਗੁਫਾ ਮੈਂ ਆਖੂੰ ਕੈਸਾ, ਤੇ ਅਸੀਂ ਸਰੀਰ ਰੂਪੀ ਗੁਫਾ ਦੇ ਵਿੱਚ ਬੈਠ ਕੇ ਉਹਦੇ ਬਾਰੇ ਕਿਵੇਂ ਅਸੀਂ ਤੁਹਾਨੂੰ ਦਸੀਏ ਵੀ ਉਹ ਇਹੋ ਜਿਹਾ ਹੈ। ਭਾਵ ਕੋਈ ਇਹ ਨਾ ਸਮਝੇ ਵੀ ਉਹ ਰੱਬ ਮਨੁੱਖ ਵਰਗਾ ਹੈ ਜਾਂ ਮੇਰੇ ਵਰਗਾ ਹੈ। ਨਹੀਂ, ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਇੱਕ ਸਰਵ ਵਿਆਪਕ ਹੈ ਔਰ ਉਹ ਸ਼ਕਤੀ ਰੂਪ ਹੈ। ਤੇ ਉਹ ਵਾਹਿਗੁਰੂ ਪਰਮੇਸ਼ਰ ਵਿਅਕਤੀ ਨਹੀਂ, ਸ਼ਕਤੀ ਰੂਪ ਹੋ ਕੇ ਸਭ ਥਾਵਾਂ ਦੇ ਵਿੱਚ ਵਰਤ ਰਿਹਾ ਹੈ।